ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਤੇਜ ਬਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਗੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਨੀਵਰਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ ਜੀ। ਇਹ ਨਿਗਾਹ ਮਾਰਦੇ ਹਾਂ ਜੀ ਆਲੇ ਦੁਆਲੇ ਦੇ ਉੱਤੇ। ਇਸ ਵੇਲੇ ਵੱਡਾ ਚਰਚਾ ਜਿਹੜਾ ਇਸ ਗੱਲ ਨੂੰ ਲੈ ਕੇ ਛਿੜਿਆ ਹੋਇਆ ਕਿ ਦਿੱਲੀ ਦੇ ਵਿੱਚ ਜਿਹੜੀਆਂ ਵੋਟਾਂ ਪੈ ਕੇ ਹਟੀਆਂ ਨੇ, ਇਲੈਕਸ਼ਨ ਕਮਿਸ਼ਨ ਨੇ ਉਹਦੀ ਵੋਟ ਪਰਸੈਂਟੇਜ ਦੱਸਣ ਦੇ ਵਿੱਚ ਡਿਲੇ ਕਿਉਂ ਜਿਹੜਾ ਦੀ ਉਹ ਕੀਤਾ। ਇਲੈਕਸ਼ਨ ਕਮਿਸ਼ਨ ਨੇ ਉਨੀ ਦੇਰ ਤੱਕ ਇਹ ਪ੍ਰੈਸ ਰਿਲੀਜ਼ ਨਹੀਂ ਕੀਤੀ ਕਿ ਕਿੰਨੀਆਂ ਵੋਟਾਂ ਪਈਆਂ ਨੇ ਦਿੱਲੀ ਦੇ ਵਿੱਚ, ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ। ਕਿ ਪਹਿਲੀ ਵਾਰੀ ਹੋਇਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਨਹੀਂ ਤਾਂ ਉਹ ਜਦੋਂ ਵੋਟਾਂ ਪੈ ਕੇ ਹਟਦੀਆਂ ਨੇ ਕੁਛ ਸਮੇਂ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਦਾ ਤੇ ਇਹ ਦੱਸਦਾ ਹੈ ਕਿ ਆਫੀਸ਼ੀਅਲੀ ਇੰਨੀ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਪਈ ਹੈ ਜੀ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਹ ਕਹਿਣਾ ਕਿ ਦਿੱਲੀ ਦੇ ਵਿੱਚ ਕੁਝ ਦਾਲ ਦੇ ਵਿੱਚ ਜਿਹੜਾ ਜੀ ਉਹ ਕਾਲਾ ਹੈ, ਕਿਉਂਕਿ ਇਹ ਮਸ਼ੀਨਾਂ ਜਿਹੜੀਆਂ ਜੀ ਜਿੱਥੇ ਪਈਆਂ ਨੇ, ਮੈਂ ਕਿਹਾ ਕਿ ਇਹਨਾਂ ਦੇ ਨਾਲ ਛੇੜਛਾੜ ਜਿਹੜੀ ਹੋ ਸਕਦੀ ਆ, ਜਿਹਦੇ ਕਰਕੇ ਵੋਟ ਪਰਸੈਂਟੇਜ ਦੱਸੀ ਨਹੀਂ ਜਾ ਰਹੀ। ਬਾਅਦ ਦੇ ਵਿੱਚ ਮੁੱਖ ਚੋਣ ਅਧਿਕਾਰੀ ਤੇ ਜਿਹੜਾ ਸੀਗਾ ਜੀ ਉਹਨੇ ਇਹ ਕਾਨਫਰੰਸ ਕੀਤੀ, ਕਰਨੀ ਪਈ ਅਸਲ ਦੇ ਵਿੱਚ ਜੋ ਰੌਲਾ ਪੈ ਗਿਆ ਜੀ। ਤੇ ਇਹ ਦੱਸਿਆ ਗਿਆ ਕਿ ਆਖਰੀ ਜਿਹੜੀ ਵੋਟ ਪ੍ਰਤੀਸ਼ਤ ਸੀ ਉਹ 62.59 ਜਿਹੜੀ ਆ ਉਹ ਦਿੱਲੀ ਦੇ ਵਿੱਚ ਰਹੀ ਆ। 2015 ਦੀਆਂ ਚੋਣਾਂ ਦੇ ਵਿੱਚ 67.47% ਸੀ, 67.47। ਇਹ ਵੀ ਜਿਹੜਾ ਜੀ ਦੱਸਿਆ ਗਿਆ ਕਿ ਜਿਹੜਾ ਚੋਣ ਕਮਿਸ਼ਨ ਨੇ ਕਿ ਦੇਰੀ ਦੇ ਵਿੱਚ ਕੁਝ ਵੀ ਵੱਖਰਾ ਨਹੀਂਗਾ। ਰਿਟਰਨਿੰਗ ਅਫਸਰ ਪੂਰੀ ਰਾਤ ਡੇਟਾ ਦੀ ਸਮੀਖਿਆ ਦੇ ਵਿੱਚ ਜਿਹੜਾ ਸੀ ਉਹ ਲੱਗੇ ਰਹੇ, ਜਿਹਦੇ ਕਰਕੇ ਇਹ ਦੱਸਣ ਦੇ ਵਿੱਚ ਜਿਹੜਾ ਜੀ ਉਹ ਲੇਟ ਹੋ ਗਿਆ। ਉਹ ਕਹਿ ਕੇ ਕਹਿੰਦੇ ਕਿ ਸਹੀ ਅੰਕੜੇ ਦਿੱਤੇ ਜਾਣ, ਪਰ ਇਹ ਜਿਹੜੇ ਐਕਸਕਿਊਜ਼ ਦੇ ਰਿਹਾ ਚੋਣ ਕਮਿਸ਼ਨ ਉਹ ਮੰਨਣ ਵਾਲੇ ਨਹੀਂ ਗੇ ਜੀ। ਕਿਉਂਕਿ ਜੇ ਡਿਜੀਟਲ ਇੰਡੀਆ ਹੈ ਤਾਂ ਸਾਰੀ ਰਾਤ ਉਹ ਵੋਟਾਂ ਕਿਉਂ ਗਿਣਦੇ ਰਹੇ। ਠੀਕ ਉਸੇ ਤਰੀਕੇ ਨਾਲ ਜਿਵੇਂ ਅਜੇ ਤੱਕ ਨੋਟ ਗਿਣੀ ਜਾਂਦੇ ਆ ਕਿ ਨੋਟਬੰਦੀ ਦੇ ਵਿੱਚ ਨੋਟ ਕਿੰਨੇ ਜਿਹੜਾ ਜੀ ਉਹ ਆਏ ਸੀਗੇ। ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਜਿਹੜੇ ਜ਼ਾਹਰ ਕੀਤੇ ਗਏ ਫਿਕਰ ਹੈ ਉਹਨੂੰ ਦੂਰ ਕਰਨ ਦੇ ਯਤਨ ਜਿਹੜੇ ਆ ਉਹ ਕੀਤੇ ਆ। ਉਹਨਾਂ ਨੇ ਕਿਹਾ ਕਿ ਕਿਆਸ ਰਾਈਆਂ ਲਈ ਕੋਈ ਥਾਂ ਨਹੀਂ ਛੱਡਣਾ ਚਾਹੁੰਦੇ, ਉਹ ਸਹੀ ਅੰਕੜੇ ਜਿਹੜਾ ਜੀ ਉਹ ਦੇਣਾ ਚਾਹੁੰਦੇ ਸੀਗੇ। ਇਹ ਦੱਸਿਆ ਗਿਆ ਕਿ ਬੱਲੀਮਾਰਾ ਹਲਕੇ ਦੇ ਵਿੱਚ ਸਭ ਤੋਂ ਵੱਧ 71.6% ਦੀ ਵੋਟਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਵੋਟ ਪ੍ਰਤੀਸ਼ਤ ਦਿੱਲੀ ਕੈਂਟ ਹਲਕੇ ਦੇ ਵਿੱਚ ਰਹੀ ਹੈ, ਜਿੱਥੇ ਕਿ 45.4% ਦੀ ਵੋਟਾਂ ਹੀ ਜਿਹੜੀਆਂ ਉਹ ਪਈਆਂ ਜੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਉਹਦੇ ਅੰਦਰ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਜਿਹੜੀ ਹੈ ਜੀ ਉਹ ਚੱਲ ਰਹੀ ਆ ਕਿ ਜਿਹੜੀ ਵੋਟ ਅਮੀਰ ਹਲਕਿਆਂ ਦੀ ਆ ਉਹ ਨਹੀਂ ਨਿਕਲੀ ਬਹੁਤੀ, ਜਿਹੜੀ ਗਰੀਬ ਕਾਲੋਨੀਆਂ ਦੇ ਵਿੱਚ ਜਿਹੜਾ ਜੀ ਉਹ ਵੋਟ ਪਰਸੈਂਟੇਜ ਜ਼ਿਆਦਾ ਹੈ, ਜਿਹੜੀ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋ ਸਕਦੀ ਹੈ। ਕੱਲ੍ਹ ਨੂੰ ਜਦੋਂ ਪੰਜਾਬੀ ਰੇਡੀਓ USA ਦੇ ਉੱਤੇ ਗੱਲਬਾਤ ਕਰ ਰਹੇ ਹੋਵਾਂਗੇ ਉਸ ਟਾਈਮ ਰੁਝਾਨ ਜਿਹੜੇ ਜੀ ਉਹ ਮਿਲਣੇ ਸ਼ੁਰੂ ਹੋ ਜਾਣਗੇ, ਔਰ ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਉਹ ਦੱਸਾਂਗੇ ਕੱਲ੍ਹ ਨੂੰ ਕਿ ਕਿਹੜੀ ਪਾਰਟੀ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਪਰ ਅਟਕਲਾਂ, ਕਿਆਸ ਰਾਈਆਂ, ਫਿਕਰਮੰਦੀਆਂ ਜਿਹੜੀਆਂ ਜੀ ਉਹ ਵੱਡੀਆਂ ਹੋਣਗੀਆਂ ਅੱਜ ਹੋਰ। ਖਾਸ ਤੌਰ ਦੇ ਉੱਤੇ ਚੋਣ ਕਮਿਸ਼ਨ ਦਾ ਰੋਲ ਜਿਹੜਾ ਉਹ ਬਿਨਾਂ ਕਿਸੇ ਸ਼ੱਕ ਦੇ ਬੇਹੱਦ ਇਹਦੇ ਵਿੱਚ ਜਿਹੜਾ ਜੀ ਕੰਟਰੋਵਰਸ਼ੀਅਲ ਔਰ ਬਿਨਾਂ ਹੌਸਲੇ ਵਾਲਾ, ਔਰ ਹੁਣ ਖਾਸ ਤੌਰ ਦੇ ਉੱਤੇ ਵੋਟ ਪਰਸੈਂਟੇਜ ਜਿਹੜਾ ਜੀ ਉਹ ਨਾ ਦੱਸਣਾ ਇਹ ਸ਼ੱਕੀ ਹੈ ਜੀ, ਬਹੁਤ ਵੱਡਾ ਸ਼ੱਕ ਜਿਹੜਾ ਉਹ ਪੈਦਾ ਇਹ ਕਰ ਰਿਹਾ ਜੀ। ਜਿਹੜੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਦੇ ਖਿਲਾਫ ਪਬਲਿਕ ਸੇਫਟੀ ਐਕਟ ਲਾਏ ਜਾਣ ਦਾ ਕਾਰਨ ਅੰਦਰੂਨੀ ਪਾਰਟੀ ਮੀਟਿੰਗਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਵੱਡਾ ਪ੍ਰਭਾਵ ਦੱਸਿਆ, ਜਦੋਂ ਕਿ ਮਹਿਬੂਬਾ ਮੁਫਤੀ ਦੇ
ਵੱਖਵਾਦੀਆਂ ਪੱਖੀ ਸਟੈਂਡ ਦੇ ਉੱਤੇ ਸਰਕਾਰ ਦੇ ਖਿਲਾਫ ਟਿੱਪਣੀਆਂ ਕਰਕੇ ਉਹਦੇ ਵਿਰੁੱਧ PSA ਜਿਹੜਾ ਜੀ ਉਹ ਲਾਇਆ ਗਿਆ। ਇਹ ਅਧਿਕਾਰੀ ਕਹਿੰਦੇ ਆ ਕਿ ਉਮਰ ਅਬਦੁੱਲਾ ਦਾ ਲੋਕਾਂ ਦੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋਣਾ ਤੇ ਲੋਕਾਂ ਨੂੰ ਕਿਸੇ ਵੀ ਕਾਰਜ ਦੇ ਵਾਸਤੇ ਇਕੱਠੇ ਕਰਨ ਦੀ ਸਮਰੱਥਾ ਰੱਖਣਾ PSA ਦਸਤਾਵੇਜ਼ਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਪਿਛਲੇ ਸਾਲ 5 ਅਗਸਤ ਨੂੰ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ, ਸੂਬੇ ਨੂੰ ਉਹਦੇ ਰਾਜ ਤੋਂ ਵਾਂਝਿਆ ਕਰ ਦਿੱਤਾ ਗਿਆ, ਭਾਵ ਕਿ ਰਾਜ ਵਜੋਂ ਤੋੜ ਦਿੱਤਾ ਗਿਆ, ਕੇਂਦਰੀ ਸ਼ਾਸਤ ਬਣਾ ਦਿੱਤਾ ਗਿਆ, ਤਾਂ ਉਸ ਮੌਕੇ 49 ਵਰਿਆਂ ਦੇ ਤੇ 60 ਵਰਿਆਂ ਦੀ ਮਹਿਬੂਬਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਔਰ 6 ਫਰਵਰੀ ਨੂੰ ਜਿਹੜਾ ਸੀਗਾ ਉਹਨਾਂ ਦੀ ਹਿਰਾਸਤ ਮੁੱਕਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਨੂੰ PSA ਦੇ ਤਹਿਤ ਨਾਮਜ਼ਦ ਜਿਹੜਾ ਜੀ ਉਹ ਕਰ ਲਿਆ ਗਿਆ। ਚੌਕਸੀ ਦੇ ਵਜੋਂ ਨਜ਼ਰਬੰਦੀ ਦੇ ਵਿੱਚ 6 ਮਹੀਨਿਆਂ ਤੋਂ ਬਾਅਦ ਤਾਂ ਹੀ ਵਾਧਾ ਕੀਤਾ ਜਾ ਸਕਦਾ ਜੇ 180 ਦਿਨ ਪੂਰੇ ਹੋਣ ਤੋਂ 2 ਹਫ਼ਤੇ ਪਹਿਲਾਂ ਕਾਇਮ ਕੀਤਾ ਸਲਾਹਕਾਰੀ ਬੋਰਡ ਇਹਦੀ ਸਿਫਾਰਿਸ਼ ਕਰੇ ਔਰ ਇਸ ਤਰ੍ਹਾਂ ਦੇ ਬੋਰਡ ਦਾ ਗਠਨ ਹੀ ਨਹੀਂ ਸੀ ਕੀਤਾ ਗਿਆ, ਜਿਹਦੇ ਕਰਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਕੋਲੇ 2 ਹੀ ਰਾਹ ਬਚੇ ਸੀਗੇ, ਜਾਂ ਤਾਂ ਦੋਵਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਜਾਂ ਇਹਨਾਂ ਦੇ ਉੱਤੇ PSA ਜਿਹੜੀ ਜੀ ਉਹ ਲਾ ਦਿੱਤੀ ਜਾਂਦੀ। ਉਮਰ ਅਬਦੁੱਲਾ ਦੇ ਖਿਲਾਫ 3 ਸਤਫਿਆਂ ਦੇ PSA ਦਸਤਾਵੇਜ਼ ਦੇ ਜੁਲਾਈ ਦੇ ਵਿੱਚ ਨੈਸ਼ਨਲ ਜਿਹੜਾ ਹੈਗੀ ਸਿਕਿਉਰਿਟੀ ਉਹਦੇ ਤਹਿਤ ਜਿਹੜੀਆਂ ਕਾਨਫਰੰਸਾਂ ਹੋਈਆਂ ਉਹਦੇ ਕੁਝ ਅੰਦਰੂਨੀ ਮੀਟਿੰਗਾਂ ਨੂੰ ਇਹਦਾ ਕਾਰਨ ਦੱਸਿਆ ਗਿਆ। ਉਮਰ ਦੇ ਉੱਤੇ ਦੋਸ਼ ਇਹ ਲਾਏ ਗਿਆ, ਇਹਨਾਂ ਮੀਟਿੰਗਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਹਿਯੋਗ ਲਈ ਲਾਮਬੰਦੀ ਦੀ ਵੱਡੀ ਲੋੜ ਹੈ ਤਾਂ ਕਿ ਕੇਂਦਰ ਸਰਕਾਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ ਨਾ ਹਟਾ ਸਕੇ। MC ਆਗੂ ਦਾ ਲੋਕਾਂ ਦੇ ਵਿੱਚ ਪ੍ਰਭਾਵਸ਼ਾਲੀ ਹੋਣਾ ਤੇ ਲੋਕਾਂ ਨੂੰ ਕਿਸੇ ਕਾਜ਼ ਦੇ ਵਾਸਤੇ ਇਕੱਠੇ ਕਰ ਲੈਣਾ ਇੱਕ ਡਰ ਜਿਹੜਾ ਦੀ ਉਹ ਪਿਆ ਹੋਇਆ ਸੀਗਾ। ਮਤਲਬ ਕਿ ਕਾਹਲੀ ਦੇ ਵਿੱਚ ਇਹਨਾਂ ਉੱਤੇ ਦੋਨਾਂ ਆਗੂਆਂ ਨੂੰ ਜਿਹੜਾ ਦੀ ਉਹ ਨਜ਼ਰਬੰਦ ਕੀਤਾ ਗਿਆ। ਜਿਹੜਾ ਉਮਰ ਅਬਦੁੱਲਾ ਉਹਨਾਂ ਨੇ ਆਪਣੀ ਫੋਟੋ ਜਦੋਂ ਪਿਛਲੇ ਦਿਨੀ ਜਾਰੀ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਤੇ ਵੱਡੀ ਦਾੜੀ ਵਾਲੀ, ਤਾਂ ਉਹ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਦੀ ਉਹ ਬਣੀ ਸੀਗੀ। ਹੁਣ ਚਰਚਾ ਇਸ ਗੱਲ ਨੂੰ ਲੈ ਕੇ ਚੱਲ ਰਿਹਾ ਹੈ ਕਿ ਇਹ ਜਿਹੜੇ ਆਗੂ ਨੇ ਜੰਮੂ ਕਸ਼ਮੀਰ ਦੇ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਸਰਕਾਰ ਜਿਹੜਾ ਦੀ ਉਹ ਕਿਸੇ ਨਾ ਕਿਸੇ ਕੇਸ ਦੇ ਵਿੱਚ ਅੜਾ ਕੇ ਨਜ਼ਰਬੰਦ ਰੱਖਣਾ ਚਾਹੁੰਦੀ ਹੈ, ਕਿਉਂਕਿ ਕੇਂਦਰ ਦੀ ਸਰਕਾਰ ਨੂੰ ਡਰ ਇਸ ਗੱਲ ਦਾ ਹੈ ਕਿ ਉਹ ਲੋਕਾਂ ਦੀ ਲਾਮਬੰਦੀ ਕਿਤੇ ਫੇਰ ਮੁੜ ਕੇ ਨਾ ਜਿਹੜੀ ਜੀ ਉਹ ਕਰ ਲੈਣ ਜੀ। ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦਾ ਮੁੱਦਾ ਜਿਹੜਾ ਜੀ ਉਹ ਵੱਡਾ ਬਣਿਆ ਹੋਇਆ ਔਰ ਇਹਦੇ ਵਿੱਚ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹ 3 ਜਿਹੜੇ ਖਾਸ ਤੌਰ ਦੇ ਉੱਤੇ ਉਹ ਨਿਸ਼ਾਨੇ ਦੇ ਉੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ। ਇਹ ਬੜੀ ਹੈਰਾਨਗੀ ਵਾਲੀ ਗੱਲ ਜਿਹੜੀ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ, ਜਿਹੜੀ ਪਾਰਟੀ ਰਾਜ ਕਰ ਰਹੀ ਹੈ, ਉਹਦਾ ਪ੍ਰਧਾਨ ਜਿਹੜਾ ਜੀ ਉਹ ਬਾਰ-ਬਾਰ ਇਹ ਕਹਿ ਰਿਹਾ ਇਹ ਗਲਤ ਹੋਇਆ ਔਰ ਇਹ ਥਰਮਲ ਪਲਾਂਟ ਬੰਦ ਕੀਤੇ ਜਾਣੇ ਚਾਹੀਦੇ ਆ। ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਇਸ ਮਾਮਲੇ ਦੇ ਉੱਤੇ ਸਰਕ ਰਹੀ ਔਰ ਇਸ ਮਾਮਲੇ ਦੇ ਉੱਤੇ ਹੁਣ ਸਰਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿਚਾਲੇ ਕੀ ਹੁੰਦਾ ਇਹ ਬੜਾ ਇੰਟਰਸਟਿੰਗਲੀ ਜਿਹੜਾ ਜੀ ਹੋਊਗਾ। ਇਹਦੀ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਜਿਹੜੇ ਥਰਮਲ ਪਲਾਂਟ ਨੇ, ਪ੍ਰਾਈਵੇਟ ਥਰਮਲ ਪਲਾਂਟ ਨੇ, ਇਹਨਾਂ ਨੇ ਪੋਲਿਊਸ਼ਨ ਕੰਟਰੋਲ ਕਰਨ ਦੇ ਵਾਸਤੇ ਇੱਕ ਵਿਸ਼ੇਸ਼ ਯੰਤਰ ਲਾਉਣ ਦੇ ਹੁਕਮ ਕੀਤੇ ਸੀਗੇ। ਨੈਸ਼ਨਲ ਪੋਲਿਊਸ਼ਨ ਕੰਟਰੋਲ ਬੋਰਡ ਨੇ, ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਨੇ, ਇਹਨਾਂ ਦੇ ਕੋਲੇ 31 ਦਸੰਬਰ ਤੱਕ ਦਾ ਸਮਾਂ ਸੀਗਾ, ਇਹਨਾਂ ਨੇ ਨਹੀਂ ਲਾਏ ਔਰ ਉਹਦੇ ਵਿੱਚ ਬੜੀਆਂ ਸਪਸ਼ਟ ਹਦਾਇਤਾਂ ਸੀਗੀਆਂ ਕਿ ਜੇ ਇਹ ਥਰਮਲ ਪਲਾਂਟ ਇਹਨੂੰ ਨਹੀਂ ਲਾਉਂਦੇ ਜਿਹੜਾ ਜੀ ਇਹ ਪੋਲਿਊਸ਼ਨ ਕੰਟਰੋਲ ਕਰਨ ਦੇ ਵਾਸਤੇ ਯੰਤਰ, ਤਾਂ ਇਹਨਾਂ ਨੂੰ ਸ਼ਟਡਾਊਨ ਕਰ ਦਿੱਤਾ ਜਾਵੇ, ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਜਦੋਂ ਇੱਕ ਪਾਸੇ ਇੰਨੀ ਮਹਿੰਗੀ ਬਿਜਲੀ ਜਿਹੜੀ ਜੀ ਉਹ ਸਰਕਾਰ ਖਰੀਦ ਰਹੀ ਆ, ਇੰਨੇ ਜਿਹੜਾ ਦੀ ਰੌਲਾ ਪਿਆ ਹੋਇਆ, ਪਿਛਲੀ ਸਰਕਾਰ ਦੇ ਉੱਤੇ ਕਹੀ ਜਾਂਦੇ ਆ ਇਹ ਮੌਕਾ ਸੀਗਾ ਸਰਕਾਰ ਦੇ ਕੋਲੇ ਇਹਨਾਂ ਥਰਮਲ ਪਲਾਂਟ ਤੋਂ ਖਹਿੜਾ ਛਡਾਉਣ ਦਾ, ਪਰ ਨਹੀਂ ਕੁਝ ਵੀ ਕੀਤਾ ਗਿਆ। ਉਲਟਾ ਕੀਤਾ ਕੀ ਗਿਆ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਿਹੜਾ ਕਿ ਪੰਜਾਬ ਦੇ ਅੰਡਰ ਆ, ਉਹ ਚਿੱਠੀ ਲਿਖਦਾ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਕਿ ਇਹਨਾਂ ਥਰਮਲ ਪਲਾਂਟਸ ਨੂੰ 2 ਸਾਲ ਦਾ ਸਮਾਂ ਹੋਰ ਦੇ ਦਿੱਤਾ ਜਾਵੇ ਇਹ ਪੁਰਜਾ ਜਿਹੜਾ ਦੀ ਉਹ ਲਾਉਣ ਦੇ ਵਾਸਤੇ, ਇਹ ਯੰਤਰ ਲਾਉਣ ਦੇ ਵਾਸਤੇ ਜੀ। ਹੁਣ ਜਦੋਂ ਸਰਕਾਰ ਉਹਨਾਂ ਥਰਮਲ ਪਲਾਂਟ ਤੇ ਪਿੱਠ ਦੇ ਉੱਤੇ ਖੜੀ ਆ ਤੇ ਫਿਰ ਉਹਨਾਂ ਨੂੰ ਕਾਹਦਾ ਜਿਹੜਾ ਡਰ ਹੋਣਾ, ਉਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਨ ਤੋਂ ਕਿਉਂ ਹਟਣਗੇ। ਜਿਹੜੇ ਸੁਨੀਲ ਜਾਖੜ ਹੋਰੀ ਨੇ ਉਹ ਇੱਥੇ ਗਏ ਜੀ, ਇੱਕ ਥਰਮਲ ਪਲਾਂਟ ਜਿਹੜਾ ਸੀਗਾ ਉਹਦੀ ਸਵਾਹ ਤੋਂ ਸਤੇ ਹੋਏ ਜਿਹੜੇ ਲੋਕ ਸੀਗੇ ਉਹਨਾਂ ਨੂੰ ਮਿਲਣ ਦੇ ਵਾਸਤੇ, ਔਰ
ਲੋਕ ਜਿਹੜੇ ਸੀਗੇ ਜੀ ਉਹ ਰੋ ਪਏ ਉਹਨਾਂ ਦੇ ਸਾਹਮਣੇ ਕਿ ਥਰਮਲ ਪਲਾਂਟ ਦੀ ਸਵਾਹ ਜਿਹੜੀ ਹੈ ਜੀ ਉਹਨਾਂ ਦੇ ਟੱਬਰਾਂ ਤੋਂ ਝੱਲੀ ਨਹੀਂ ਜਾ ਰਹੀ। ਬਣਾ ਵਾਲੀ ਥਰਮਲ ਪਲਾਂਟ ਨੂੰ ਜਿਹੜਾ ਜੀ ਇੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਮੁਨਾਫੇ ਖਾਤਰ ਪਿੰਡਾਂ ਦੇ ਉੱਤੇ ਜ਼ਹਿਰ ਨਹੀਂ ਸੁੱਟਣ ਦੇਵਾਂਗੇ। ਹੁਣ ਜੀ ਉਹਨਾਂ ਦੀ ਇਸ ਟਿੱਪਣੀ ਤੋਂ ਜਿਹੜੇ ਬਿਜਲੀ ਸਮਝੌਤੇ ਰੱਦ ਕਰਨ ਤੋਂ ਤਕਰੀਬਨ ਚੁੱਪ ਵੱਟੀ ਬੈਠੀ ਜਿਹੜੀ ਸਰਕਾਰ ਹੈ ਉਹਦੇ ਬਣਾ ਵਾਲੀ ਥਰਮਲ ਦੇ ਖਿਲਾਫ ਕਾਰਵਾਈ ਦੀ ਕੁਝ ਆਸ ਜਿਹੜੀ ਉਹ ਵੱਧ ਸਕਦੀ ਹੈ। ਔਰ ਇਹ ਵੀ ਕਿਹਾ ਗਿਆ ਕਿ ਪ੍ਰਦੂਸ਼ਣ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਵਰਤੀ ਜਾਊਗੀ। ਪਰ ਸਵਾਲ ਇਹ ਹੈ ਕਿ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਢਿੱਲ ਵਰਤ ਕੌਣ ਰਿਹਾ? ਵਰਤ ਰਿਹਾ ਜੀ ਪੰਜਾਬ ਸਰਕਾਰ ਦਾ ਅਦਾਰਾ ਪੰਜਾਬ ਪ੍ਰਦੂਸ਼ਣ ਬੋਰਡ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤਾਂ ਉਹ ਹੈ ਨਹੀਂ, ਉਹ ਪੰਜਾਬ ਪ੍ਰਦੂਸ਼ਣ ਬੋਰਡ ਹੈ। ਇਸ ਕਰਕੇ ਉਹ ਜਿਹੜਾ ਜੀ ਇਹ ਵਰਤ ਰਿਹਾ। ਰਾਏਪੁਰ ਦੇ ਵਿੱਚ ਲੋਕਾਂ ਦੇ ਇਕੱਠ ਹੋਇਆ ਜਿੱਥੇ ਕਿ ਇਹ ਜਿਹੜੀ ਸ਼ਿਰਕਤ ਕੀਤੀ ਸੀਗੀ ਜਾਖੜ ਸਾਹਿਬ ਨੇ, ਔਰ ਉਨ ਲੋਕਾਂ ਨੇ ਦੱਸਿਆ ਕਿ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜੀ ਇਸ ਏਰੀਏ ਦੇ ਵਿੱਚ ਦੁੱਭਰ ਹੋਈ ਪਈ ਆ। ਔਰ ਇਹ ਜਿਹੜੇ ਥਰਮਲ ਪਲਾਂਟ ਵਾਲੇ ਨੇ ਪ੍ਰਾਈਵੇਟ ਨੇ ਜਿਹੜੇ ਦੀ ਉਹ ਇੱਕ ਪਾਸੇ ਸਰਕਾਰ ਦੇ ਜਿਹੜੇ ਸਮਝੌਤੇ ਕੀਤੇ ਹੋਏ ਆ ਉਹ ਗਲ 'ਚ ਅੰਗੂਠਾ ਦੇ ਕੇ ਪੈਸੇ ਲੈ ਰਹੇ ਆ। ਕੋਲੇ ਦੀ ਢੁਆਈ ਦਾ ਵਾਧੂ ਪੈਸਾ ਜਿਹੜਾ ਅਦਾਲਤਾਂ ਦੇ ਵਿੱਚ ਕੇਸ ਕਰਕੇ ਲੈ ਰਹੇ ਆ। ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜਿਹੜਾ ਜੀ ਇਹ ਥਰਮਲ ਪਲਾਂਟ ਖੇਡ ਰਹੇ ਆ। ਤਾਂ ਇਹ ਜੀ ਸਰਕਾਰ ਦੇ ਕੰਨਾਂ ਦੇ ਉੱਤੇ ਕਿੰਨਾ ਕੁ ਇਹਦਾ ਅਸਰ ਪੈਂਦਾ ਜੀ ਇਹ ਵੇਖਣ ਵਾਲਾ ਹੋਊਗਾ। ਪਰ ਇਹਨਾਂ ਜ਼ਰੂਰ ਹੈ ਕਿ ਸੁਨੀਲ ਜਾਖੜ ਹੋਰਾਂ ਨੇ ਇਹ ਮੁੱਦਾ ਜਿਹੜਾ ਜੀ ਉਹ ਚੁੱਕਿਆ। ਸਰਕਾਰ ਉਹਨਾਂ ਦੀ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਸਰਕਾਰ ਦੇ ਅੰਦਰੋਂ ਤਾਂ ਬੋਲ ਹੀ ਕੋਈ ਨਹੀਂ ਰਿਹਾ ਜੀ, ਕੋਈ ਗੱਲ ਨਹੀਂ ਜਿਹੜੀ ਜੀ ਉਹ ਕਰ ਰਿਹਾ। ਹੁਣ ਵੇਖਦੇ ਆ ਇਹਦੇ ਉੱਤੇ ਕੀ ਅਸਰ ਇਹਦਾ ਜਿਹੜਾ ਜੀ ਉਹ ਪੈਂਦਾ। ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੇ ਵਾਸਤੇ ਭਾਰਤ ਦੀ ਕਬੱਡੀ ਦੀ ਟੀਮ ਪਾਕਿਸਤਾਨ ਪਹੁੰਚਣ ਦੇ ਨਾਲ ਇੱਕ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ, ਕਿਉਂਕਿ ਖੇਡ ਮੰਤਰਾਲੇ ਨੇ, ਵਿਦੇਸ਼ ਮੰਤਰਾਲੇ ਨੇ ਤੇ ਕੌਮੀ ਫੈਡਰੇਸ਼ਨ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਕਿਸੇ ਵੀ ਐਥਲੀਟ ਨੂੰ ਮੁਕਾਬਲੇ ਲਈ ਗੁਆਂਢੀ ਮੁਲਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਆ। ਇਹ ਬੜਾ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ। ਲਾਹੌਰ ਦੇ ਵਿੱਚ ਸਥਿਤ ਪੰਜਾਬ ਫੁੱਟਬਾਲ ਸਟੇਡੀਅਮ ਦੇ ਵਿੱਚ ਅੱਜ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਇੱਕ ਟੀਮ ਵਾਘੇ ਸਰਹੱਦ ਰਾਹੀਂ ਸ਼ਨਿਚਰਵਾਰ ਨੂੰ ਲਾਹੌਰ ਪਹੁੰਚੀ। ਪਾਕਿਸਤਾਨ ਦੇ ਵੱਲੋਂ ਪਹਿਲੀ ਵਾਰੀ ਵਿਸ਼ਵ ਪੱਧਰੀ ਕਬੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਲਾਹੌਰ ਦੇ ਵਿੱਚ ਸ਼ੁਰੂ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਝ ਮੈਚ ਫੈਸਲਾਬਾਦ ਤੇ ਗੁਜਰਾਤ 'ਚ ਵੀ ਹੋਣਗੇ। ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਤਸਵੀਰਾਂ ਤੇ ਫੁਟੇਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜਿਹੜੀ ਦੀ ਹੋਈ। ਉਧਰ ਭਾਰਤ ਦੇ ਖੇਡ ਮੰਤਰਾਲੇ ਦੇ ਜਿਹੜੇ ਬੁਲਾਰੇ ਨੇ ਉਹ ਕਹਿੰਦੇ ਆ ਕਿ ਸਰਕਾਰ ਨੇ ਕਿਸੇ ਐਥਲੀਟ ਨੂੰ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਦੀ ਕੋਈ ਪਰਮਿਸ਼ਨ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਜੀ। ਜਦੋਂ ਪਰਮਿਸ਼ਨ ਜਿਹੜੀ ਜੀ ਇੱਥੋਂ ਨਹੀਂ ਮਿਲੀ ਤੇ ਫਿਰ ਇਹ ਪਾਕਿਸਤਾਨ ਕਿਵੇਂ ਚਲੇਗੀ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਵੀ ਦੱਸਿਆ ਗਿਆ ਕਿ ਖੇਡ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੇ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਿਹੜੀ ਕਿ ਕੌਮਾਂਤਰੀ ਪੱਧਰ ਦੇ ਮੁਕਾਬਲੇ 'ਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਵਾਸਤੇ ਲੋੜੀਂਦੀ ਹੁੰਦੀ ਹੈ। ਭਾਰਤੀ ਐਮੇਚਿਓਰ ਕਬੱਡੀ ਫੈਡਰੇਸ਼ਨ ਜਿਹੜੀ ਹੈ ਜੀ ਉਹਨੇ ਵੀ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਇਹ ਕਿਹਾ ਗਿਆ ਕਿ ਜਦੋਂ ਉਹਨਾਂ ਦੇ ਕੋਲੋਂ ਇਹਦੇ ਸੰਬੰਧੀ ਜਾਣਕਾਰੀ ਮੰਗੀ ਗਈ ਤਾਂ ਉਹ ਦੱਸ ਦੇਣਗੇ ਕਿ ਇਹ ਖਿਡਾਰੀ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲ ਗਏ ਨੇ। ਜੇ ਉਹ ਇੰਡੀਵਿਜੂਅਲ ਗਏ ਨੇ ਤੇ ਉਹ ਮੁਲਕ ਵੱਲੋਂ ਕਿਵੇਂ ਜਿਹੜਾ ਦੀ ਮੁਲਕ ਦੇ ਨਾਂ ਤੇ ਕਿਵੇਂ ਖੇਡਣਗੇ, ਉਹਨੂੰ ਭਾਰਤੀ ਟੀਮ ਜਿਹੜਾ ਦੀ ਉਹ ਕਿਵੇਂ ਕਿਹਾ ਜਾਊਗਾ। ਵੈਸੇ ਕਬੱਡੀ ਦੇ ਵਿੱਚ ਜਿਹੜੀਆਂ ਫੈਡਰੇਸ਼ਨਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤਾਂ ਜਿਹੜਾ ਦੀ ਉਹ ਵਾਦ ਵਿਵਾਦ ਚੱਲ ਹੀ ਰਿਹਾ। ਸ਼ਾਇਦ ਕਿਤੇ ਨਾ ਕਿਤੇ ਉਹਦਾ ਕੋਈ ਇਹ ਪਾਰਟ ਹੈ ਕਿ ਆਪਣੇ ਤੌਰ ਦੇ ਉੱਤੇ ਚਲੇ ਗਏ ਜਾਂ ਕਿਵੇਂ ਬਿਨਾਂ ਜਿਹੜੀ ਸੀ ਉਹ ਪਰਮਿਸ਼ਨ ਤੋਂ ਚਲੇ ਗਏ। ਇਹ ਵੱਡਾ ਜਿਹੜਾ ਸਵਾਲ ਆ ਆਉਂਦੇ ਦਿਨਾਂ ਦੇ ਦੌਰਾਨ ਇਹਨਾਂ ਨੂੰ ਸਵਾਲਾਂ ਦੇ ਜਵਾਬ ਜਿਹੜੇ ਦੀ ਉਹ ਖਿਡਾਰੀਆਂ ਨੂੰ ਵੀ ਦੇਣੇ ਪੈਣੇ ਆ ਜੀ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਜਾਂ ਪੰਜਾਬੀਆਂ ਦੇ ਵਿੱਚ ਹਿੰਸਕ ਗਾਇਕ ਜਿਹੜੇ ਨੇ ਉਹਨਾਂ ਨੂੰ ਲੈ ਕੇ ਮਸਲਾ ਕਾਫੀ ਜਿਹੜਾ ਉਹ ਭਖਿਆ ਹੋਇਆ। ਪਿਛਲੇ ਦਿਨੀ ਸਿੱਧੂ ਮੂਸੇ ਵਾਲੇ ਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਕਰਾਉਣੀ ਪਈ ਆ। ਰਾਤ ਵੀ ਦੱਸਦੇ ਆ ਕਿ ਇੱਥੇ ਦੜਬੇ ਦੇ ਵਿੱਚ ਵੀ ਕਾਫੀ ਡੰਡਾ ਚਾਰਜ ਹੋਇਆ ਜੀ। ਉਹਦੇ ਸ਼ੋਅ ਦੇ ਵਿੱਚ ਜਦੋਂ ਹਿੰਸਕ ਗਾਓਗੇ, ਹਿੰਸਕ ਪਰੋਸੋਗੇ ਤੇ ਉਹਦੇ ਵਿੱਚੋਂ ਹਿੰਸਾ ਹੀ ਜਿਹੜੀ ਜੀ ਉਹ ਨਿਕਲਣੀ ਹੈ। ਦੋ ਗਾਇਕ ਹੋਰ ਨੇ ਇਹਦੇ ਵਿੱਚ, ਇੱਕ ਸਿੱਪੀ ਗਿੱਲ ਹੈ, ਇੱਕ ਹੋਰ ਨੂੰ ਨਵੇਂ ਸ਼ਹਿਰ ਪੁਲਿਸ ਦੇ ਮੂਹਰੇ ਪੇਸ਼ ਹੋਣ ਦੇ ਵਾਸਤੇ ਪਰਵਾਨਾ ਜਿਹੜਾ ਜੀ ਉਹ ਗਿਆ ਹੋਇਆ। ਨਵੀਂ ਪੀੜ੍ਹੀ ਨੂੰ ਜਿਹੜੀ ਇਹ ਜ਼ਹਿਰ ਜਿਹੜੀ ਇੰਜੈਕਟ ਕਰ ਰਹੇ ਆ
ਉਹ ਖਤਰਨਾਕ ਹੈ। ਪਰ ਇੰਨਾ ਜ਼ਰੂਰ ਹੈ ਕਿ ਕੁਝ ਚਰਚਾ ਛਿੜਿਆ। ਇਸੇ ਚਰਚੇ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣੀ ਸੀਗੀ 21 ਤਰੀਕ ਨੂੰ, ਸ਼ੂਟਰ। ਉਹਦੇ ਉੱਤੇ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਇਹ ਕਿਹਾ ਜਾ ਰਿਹਾ ਕਿ ਇਹ ਇੱਕ ਗੈਂਗਸਟਰ ਸੁੱਖਾ ਕਾਹਲਵਾਂ ਉਹਦੀ ਜ਼ਿੰਦਗੀ ਦੇ ਉੱਤੇ ਬਣੀ ਹੈ ਤੇ ਅਪਰਾਧ, ਹਿੰਸਾ, ਫਰੌਤੀ ਵਗੈਰਾ ਨੂੰ ਹੁਲਾਰਾ ਜਿਹੜਾ ਜੀ ਇਹ ਦਿੰਦੀ ਆ। ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਇਸ ਫਿਲਮ ਦੇ ਉੱਤੇ ਪਾਬੰਦੀ ਜਿਹੜੀ ਜੀ ਉਹ ਲਾਈ ਗਈ ਆ। ਮੁੱਖ ਮੰਤਰੀ ਨੇ ਜਿਹੜੇ ਇਹ ਵੀ ਹੁਕਮ ਦਿੱਤੇ ਸੀਗੇ ਪੰਜਾਬ ਪੁਲਿਸ ਦੇ ਮੁਖੀ ਨੂੰ ਕਿ ਇਹਦੇ ਨਿਰਮਾਤਾ ਦੇ ਉੱਤੇ ਕੇਸ ਬਣਦਾ ਤਾਂ ਕੀਤਾ ਜਾਵੇ। ਤੇ ਪਤਾ ਇਹ ਲੱਗਾ ਕਿ ਸ਼ੂਟਰ ਫਿਲਮ ਦੇ ਉੱਤੇ ਲੱਗੀ ਪਾਬੰਦੀ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਨੇ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ KV ਸਿੰਘ ਢਿੱਲੋਂ ਤੇ ਬਾਕੀਆਂ ਦੇ ਖਿਲਾਫ ਘਿਨਾਉਣੇ ਅਪਰਾਧਾਂ, ਗੈਂਗਸਟਰ ਕਲਚਰ, ਨਸ਼ਾ ਫਰੌਤੀ, ਲੁੱਟ, ਧਮਕੀਆਂ ਵਰਗੇ ਹੋਰ ਅਪਰਾਧਾਂ ਨੂੰ ਸ਼ਹਿ ਦੇਣ ਦੇ ਦੋਸ਼ ਦੇ ਵਜੋਂ ਮੋਹਾਲੀ ਦੇ ਫੇਜ਼ 1 ਦੇ ਸਥਿਤ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਦੇ ਵਿੱਚ ਜਿਹੜਾ ਜੀ ਉਹ ਮਾਮਲਾ ਦਰਜ ਕਰ ਲਿਆ। ਔਰ ਇਹ FIR ਦੇ ਮੁਤਾਬਕ ਫਿਲਮ ਇਹ ਜਿਹੜੀ ਸ਼ੂਟਰ ਆ ਉਹ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਊਗੀ ਤੇ ਸ਼ਾਂਤੀ ਨੂੰ ਭੰਗ ਕਰੂਗੀ, ਜਿਹਦੇ ਕਰਕੇ ਇਹ ਮਾਮਲਾ ਦਰਜ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਜਿਹੜੀਆਂ ਨੇ ਉਹ ਨਾਨ ਅਵੇਲੇਬਲ ਨੇ। ਔਰ ਇਹ ਵੀ ਕਿਹਾ ਗਿਆ ਕਿ 2019 ਦੇ ਵਿੱਚ ਫਿਲਮ ਨਿਰਮਾਤਾ ਨੇ ਵਾਅਦਾ ਕੀਤਾ ਸੀਗਾ ਕੋਈ ਫਿਲਮ ਨਹੀਂ ਬਣਾਊਗਾ, ਜਿਹਦਾ ਨਾਂ ਪਹਿਲਾਂ ਸੁੱਖਾ ਕਾਹਲਵਾਂ ਰੱਖਿਆ ਗਿਆ ਸੀਗਾ। DGP ਨੂੰ ਇਹ ਵੀ ਕਿਹਾ ਗਿਆ ਕਿ ਉਹ ਜਿਹੜਾ ਜੀ ਇਹਦੇ ਵਿੱਚ ਜਿਹੜੇ ਫਿਲਮ 'ਚ ਕੰਮ ਕਰਨ ਵਾਲੇ ਨੇ ਉਹਨਾਂ ਦੀ ਭੂਮਿਕਾ ਦੇ ਬਾਰੇ ਦੇ ਵਿੱਚ ਵੀ ਜਿਹੜਾ ਜੀ ਉਹ ਦੇਖਣ। ਔਰ ਇਹ ਮਾਮਲਾ ਪਿਛਲੇ ਦਿਨੀ ਇੱਕ ਗੈਂਗਸਟਰ ਜਿਹੜਾ ਕਿ ਇੱਥੇ ਪਟਿਆਲੇ ਦੇ ਵਿੱਚ ਤਰੀਕ ਦੇ ਵਾਸਤੇ ਆਇਆ ਸੀਗਾ, ਉਹਨੇ ਇੱਕ ਚਿੱਠੀ ਜਾਰੀ ਕੀਤੀ ਸੀਗੀ ਜਿਹੜੀ ਕਿ ਉਹ ਜੱਜ ਸਾਹਿਬ ਨੂੰ ਦੇਣਾ ਚਾਹੁੰਦਾ ਸੀਗਾ। ਉਹਨੇ ਕਿਹਾ ਸੀਗਾ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਮਾੜਾ ਪ੍ਰਭਾਵ ਜਿਹੜਾ ਜੀ ਉਹ ਪਊਗਾ ਲੋਕਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਵਿੱਚ। ਉਦੋਂ ਬਾਅਦ ਇਹਦੇ ਉੱਤੇ ਵੱਡਾ ਚਰਚਾ ਜਿਹੜਾ ਜੀ ਉਹ ਛਿੜਿਆ ਸੀਗਾ। ਸਮੇਂ-ਸਮੇਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਸੰਬੰਧੀ ਤਿੱਖੀਆਂ ਟਿੱਪਣੀਆਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਪਰ ਇਸ ਫਿਲਮ ਨੂੰ ਪ੍ਰਮੋਸ਼ਨ ਦੇ ਵਿੱਚ ਜਿਹੜਾ ਪ੍ਰੋਡਿਊਸਰ, ਡਾਇਰੈਕਟਰ ਆ ਉਹ ਸਮਝਦੇ ਸੀ ਕਿ ਸ਼ਾਇਦ ਇਹਦੇ ਨਾਲ ਉਹ ਪ੍ਰਮੋਟ ਹੋ ਰਹੀ ਹੈ। ਹੁਣ ਜਿਹੜਾ ਕਿਉਂਕਿ ਇਹਦੇ ਵਿੱਚ ਇੱਕ ਨਵੀਂ ਜਾਂ ਵੱਖਰੀ ਗੱਲ ਇਹ ਹੋਈ ਆ ਕਿ ਫਿਲਮ ਦੇ ਉੱਤੇ ਪਾਬੰਦੀ ਨਹੀਂ ਲੱਗੀ ਬਲਕਿ ਪ੍ਰੋਡਿਊਸਰ, ਡਾਇਰੈਕਟਰ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋ ਗਿਆ। ਜੇ ਫਿਲਮ ਦੇ ਉੱਤੇ ਪਾਬੰਦੀ ਲੱਗਦੀ ਆ ਤਾਂ ਫਿਲਮ ਪ੍ਰੋਡਿਊਸਰ ਜਿਹੜਾ ਜੀ ਉਹ ਭੱਜ ਕੇ ਅਦਾਲਤ ਦਾ ਸਹਾਰਾ ਲੈ ਕੇ ਉੱਥੋਂ ਰਿਲੀਜ਼ ਜਿਹੜੀ ਜੀ ਉਹ ਕਰਵਾ ਸਕਦਾ ਹੈ। ਅਦਾਲਤ ਦਾ ਸਹਾਰਾ ਤਾਂ ਹੁਣ ਵੀ ਲਊਗਾ, ਪਰ ਉਹਨੂੰ ਦੂਜੇ ਮਾਮਲੇ ਦੇ ਵਿੱਚ ਜਿਹੜੀਆਂ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਹਦਾ ਹੁਣ ਉਹ ਕੀ ਕਰੂਗਾ ਜੀ? ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਵੱਡਾ ਸਵਾਲ ਹੈ ਜੀ। ਪਿਛਲੇ ਦਿਨੀ ਬਾਦਲ ਪਰਿਵਾਰ ਨੇ ਤੇ ਸੰਗਰੂਰ ਦੇ ਵਿੱਚ ਰੈਲੀ ਕਰਕੇ ਸੁਖਦੇਵ ਸਿੰਘ ਢੀਂਡਸਾ ਤੇ ਢੀਂਡਸਾ ਪਰਿਵਾਰ ਦੀ ਜਿਹੜਾ ਜੀ ਭੋਗ ਤੇ ਅੰਤਮ ਅਰਦਾਸ ਦਾ ਸੁਨੇਹਾ ਦਿੱਤਾ ਸੀ ਵੀ ਉਹ ਕਰਨ ਆਏ ਆ ਤੇ ਕਰ ਚੱਲੇ ਆ। ਪਰ ਸੁਖਦੇਵ ਸਿੰਘ ਢੀਂਡਸਾ ਹੋਰੀ ਇੰਨੀ ਦਿਨੀ ਉਹਨਾਂ ਦੀਆਂ ਜਿਹੜੀਆਂ ਫੇਰੀਆਂ ਨੇ ਉਹ ਕਾਫੀ ਜਿਹੜਾ ਜੀ ਤਿੱਖੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਕਿਉਂਕਿ 23 ਤਰੀਕ ਨੂੰ ਉਹਨਾਂ ਨੇ ਸੰਗਰੂਰ ਦੇ ਵਿੱਚ ਇੱਕ ਜਿਹੜੀ ਹੈ ਜੀ ਰੈਲੀ ਰੱਖੀ ਆ ਜਵਾਬ ਦੇਣ ਦੇ ਵਾਸਤੇ। ਇਹ ਆਖਿਆ ਗਿਆ ਕਿ ਉਹ ਰੈਲੀ ਜਿਹੜੀ ਦੀ ਤੈਅ ਕਰੂਗੀ ਵੀ ਭੋਗ ਕਿਹਦਾ ਪਿਆ, ਅੰਤਮ ਅਰਦਾਸ ਜਿਹੜੀ ਆ ਉਹ ਕਿਹਦੀ ਹੋਈ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਦੋਸ਼ ਲਾਇਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿ ਉਹਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਤੇ ਬਰਗਾੜੀ ਕਾਂਡ ਵਰਗੇ ਮੁੱਦਿਆਂ ਨੂੰ ਪੰਥਕ ਵਿਚਾਰਧਾਰਾ ਤੇ ਅਕਾਲੀ ਦਲ ਦੇ ਸਿਧਾਂਤਾਂ ਦੇ ਅਨੁਸਾਰ ਹੱਲ ਕਰਨ ਦੀ ਬਜਾਏ ਹੰਕਾਰੀ ਲਹਿਜੇ ਦੇ ਵਿੱਚ ਦਬਾਇਆ ਸੀਗਾ। ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਇਹ ਮੁੱਦੇ ਸੀਗੇ ਇਹਨਾਂ ਨੂੰ ਜਿਹੜਾ ਸੀਗਾ ਉਹ ਪੰਥਕ ਤਰੀਕੇ ਨਾਲ ਹੱਲ ਕੀਤਾ ਜਾਣਾ ਜਿਹੜਾ ਦੀ ਉਹ ਚਾਹੀਦਾ ਸੀਗਾ। ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਲੋਂ ਦਿੱਤੀਆਂ ਸਲਾਹਾਂ ਜਿਹੜੀਆਂ ਸੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਥ ਤੇ ਪੰਜਾਬ ਦੇ ਭਲੇ ਲਈ ਸੰਘਰਸ਼ ਲੜੇ ਗਏ ਪਰ ਸੁਖਬੀਰ ਸਿੰਘ ਬਾਦਲ ਨੇ ਬਗੈਰ ਕੋਈ ਸੰਘਰਸ਼ ਕੀਤਿਆਂ ਸਿਰਫ ਅਹੁਦਿਆਂ ਦਾ ਆਨੰਦ ਮਾਣਿਆ, ਜਿਹਦੇ ਕਰਕੇ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਹਾਣੀ ਨਹੀਂ ਬਣ ਸਕਿਆ। ਢੀਂਡਸਾ ਹੋਰਾਂ ਨੇ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਬਾਦਲ ਨੇ ਪੰਥ ਤੇ ਆਏ ਸੰਕਟਾਂ ਨੂੰ ਪਿੰਡੇ ਤੇ ਨਹੀਂ ਹਟਾਇਆ ਤਾਂ ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਉਹਨੂੰ ਪੜ੍ਹ ਲੈਣਾ ਚਾਹੀਦਾ। ਇਹ ਵੀ ਕਿਹਾ ਕਿ ਜਿਹੜੇ ਤਰੀਕੇ ਦੇ ਨਾਲ
ਸੁਖਬੀਰ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਜਨ ਆਧਾਰ ਹੇਠਾਂ ਡਿੱਗਿਆ, ਇਦਾਂ ਪਹਿਲਾਂ ਕਦੇ ਵੀ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਸਵਾਲ ਸਿਰਫ ਜਿੱਤ ਜਾਂ ਹਾਰ ਦਾ ਨਹੀਂ, ਸਗੋਂ ਸਵਾਲ ਇਹ ਹੈ ਕਿ ਪੰਥਕ ਵਿਚਾਰਧਾਰਾ ਵਾਲੇ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਕਿਉਂ ਜਿਹੜਾ ਦੀ ਉਹ ਹੋ ਰਹੇ ਆ। ਔਰ ਉਹਨਾਂ ਨੇ ਇਹ ਕਿਹਾ ਕਿ ਜੋ ਭਾਸ਼ਾ ਸੁਖਬੀਰ ਸਿੰਘ ਬਾਦਲ ਨੇ ਵਰਤੀ ਆ ਉਹਨਾਂ ਪ੍ਰਤੀ ਉਹ ਉਹੋ ਜਿਹੀ ਭਾਸ਼ਾ ਤਾਂ ਨਹੀਂ ਵਰਤਣਗੇ, ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕ ਜਿਹੜੇ ਦੀ ਉਹਦੀ ਭਾਸ਼ਾ ਦਾ ਜਵਾਬ ਜ਼ਰੂਰ ਇੱਕ ਦਿਨ ਜਿਹੜਾ ਉਹ ਦੇਣਗੇ। ਜੀ। ਤਰਨਤਾਰਨ ਦੇ ਵਿੱਚ ਹੋਏ ਧਮਾਕੇ ਨੇ ਕਈ ਕਿਸਮ ਦੀ ਜਿਹੜੀ ਨਵੀਂ ਚਰਚਾ ਹੈ ਉਹ ਛੇੜੀ ਹੈ। ਹੁਣ ਇਹਦੀ ਵੀਡੀਓ ਇੱਕ ਜਿਹੜੀ ਦੀ ਉਹ ਸਾਹਮਣੇ ਆਈ ਹੈ, ਜਿਹਦੇ ਵੀਡੀਓ ਦੇ ਵਿੱਚ ਇਹ ਬੱਚੇ ਜਿਹੜੇ ਨੇ, ਨੌਜਵਾਨ ਨੇ, ਉਹ ਸ਼ਰੇਆਮ ਦੇਸੀ ਸਟਾਈਲ ਦੇ ਨਾਲ ਨਗਰ ਕੀਰਤਨ ਦੇ ਮੂਹਰੇ ਪਟਾਕੇ ਚਲਾਉਂਦੇ ਜਾ ਰਹੇ ਨੇ। ਇਹਦੇ ਵਿੱਚ ਸਲਫਾਸ, ਪੋਟਾਸ਼ੀਅਮ ਜਿਹੜੀ ਹੈ ਜੀ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀ ਸਲਫਾਸ ਤੇ ਪੋਟਾਸ਼ੀਅਮ ਸੀਗੀ ਜੀ, ਇਹ ਬੋਰੀ ਦੇ ਵਿੱਚ ਪਾ ਕੇ ਟਰਾਲੀ ਦੇ ਵਿੱਚ ਰੱਖੀ ਹੋਈ ਸੀ, ਜਿਹਦੇ ਵਿੱਚ ਇਹ ਨੌਜਵਾਨ ਵੀ ਬੈਠੇ ਸੀਗੇ। ਇੱਕ ਹੋਰ ਮੌਤ ਜਿਹੜੀ ਦੀ ਉਹ ਹੋ ਗਈ ਆ, ਔਰ ਇਹ ਇੱਕ ਹੋਰ ਮੌਤ ਹੋਣ ਦੇ ਨਾਲ ਹੁਣ ਮੌਤਾਂ ਦੀ ਗਿਣਤੀ ਇਹਦੇ ਵਿੱਚ ਜਿਹੜੀ ਆ ਉਹ 3 ਹੋ ਗਈ ਆ ਤੇ ਅਜੇ ਦਰਜਨ ਦੇ ਕਰੀਬ ਜਿਹੜੇ ਬੱਚੇ ਨੇ ਉਹ ਸਖਤ ਜ਼ਖਮੀ ਹਾਲਾਤ ਦੇ ਵਿੱਚ ਹਸਪੀਟਲ 'ਚ ਦਾਖਲ ਨੇ। ਧਮਾਕਾ ਐਡਾ ਜਿਹੜਾ ਜੀ ਉਹ ਜ਼ਬਰਦਸਤ ਸੀਗਾ ਕਿ ਟਰਾਲੀ ਜਿਹੜੀ ਉਹ ਉੱਡ ਗਈ। ਜਿਹੜਾ ਇਹਨੇ ਜਿਹੜਾ ਜੀ ਮੰਦੇ ਹਾਲ ਸੀ। ਜਿਹੜੇ ਤੀਸਰੇ ਦੀ ਮੌਤ ਹੋਈ ਹੈ ਗੁਰਕੀਰਤ ਸਿੰਘ ਸੀਗਾ, 16 ਸਾਲਾਂ ਦਾ। 2 ਬੱਚਿਆਂ ਦਾ ਜਿਹੜਾ ਜੀ ਉਹ ਸੰਸਕਾਰ ਕੀਤਾ ਗਿਆ ਇਹਦਾ, ਔਰ ਇਹ ਸਧਾਰਨ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਸੀ। ਇਹ ਮਾਪਿਆਂ ਦੀ ਇਕੱਲੀ ਕਾਰੀ ਜਿਹੜਾ ਜੀ ਉਹ ਔਲਾਦ ਸੀ, ਔਰ ਉਹਦਾ ਪਿਓ ਜਿਹੜਾ ਉਹ ਅਧਰੰਗ ਦਾ ਸ਼ਿਕਾਰ ਹੈ। ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਇਹਦੇ ਵਿੱਚ ਉਹ ਸਾਰੇ ਇਕੱਲੇ ਜਿਹੜਾ ਜੀ ਉਹ ਔਲਾਦ ਸਨ। ਸਰਕਾਰ ਦੇ ਵੱਲੋਂ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਜੀ ਉਹ ਮਦਦ ਦੇਣ ਦੀ ਗੱਲ ਕੀਤੀ ਗਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਉਹਨਾਂ ਦਾ ਇਲਾਜ ਜਿਹੜਾ ਜੀ ਅਸੀਂ ਫ੍ਰੀ ਕਰਾਵਾਂਗੇ। ਹੁਣ ਸਵਾਲ ਜਿਹੜਾ ਨਾ ਜੀ ਵੱਡਾ ਇਹ ਉੱਠ ਕੇ ਸਾਹਮਣੇ ਆ ਰਿਹਾ, ਪਟਾਕੇ ਤੇ ਨਗਰ ਕੀਰਤਨ ਦਾ ਕੀ ਸੰਬੰਧ ਆ ਆਪਸ ਦੇ ਵਿੱਚ। ਇਹ ਇੱਥੇ ਇੱਕ ਐਸੀ ਪ੍ਰਥਾ ਜਿਹੜੀ ਦੀ ਉਹ ਬਣ ਗਈ ਆ ਜਿਹਨੇ ਇਸ ਤਰ੍ਹਾਂ ਦਾ ਰੂਪ ਇੱਕ ਨਾ ਇੱਕ ਦਿਨ ਧਾਰਨਾ ਹੀ ਸੀ। ਪਟਾਕੇ ਵੀ ਤੁਸੀਂ ਦੇਖੋ ਕਿ ਇਹ ਸਲਫਾਸ ਤੇ ਪੋਟਾਸ਼ੀਅਮ ਕਿੱਥੋਂ ਬੋਰੀ ਦੇ ਵਿੱਚ ਭਰ ਕੇ ਇੰਨੀ ਜਿਹੜੀ ਉਹ ਲੈ ਕੇ ਆਂਦੀ ਗਈ। ਕੀ ਪ੍ਰਬੰਧਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ? ਉਹਨਾਂ ਨੇ ਚੁੱਕ ਕੇ ਇਹਨਾਂ ਨਿਆਣਿਆਂ ਨੂੰ ਸਾਰਾ ਕੁਝ ਇਹ ਫੜਾ ਦਿੱਤਾ ਤੇ ਉਸ ਵੀਡੀਓ ਦੇ ਵਿੱਚ ਇੱਕ ਦੂਜੇ ਤੋਂ ਖੋਹ ਕੇ ਜਿਹਦੇ ਰਾਹੀਂ ਇਹ ਚਲਾਈ ਜਾਂਦੀ ਆ, ਉਹਦੇ ਰਾਹੀਂ ਇਹ ਨਗਰ ਕੀਰਤਨ ਦੇ ਮੂਹਰੇ ਚਲਾਉਂਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। ਉਹ ਪਟਾਕੇ ਕਿਉਂ ਚਲਾਏ ਜਾ ਰਹੇ ਆ, ਉਹਦਾ ਕੀ ਜਿਹੜਾ ਜੀ ਹੈ, ਇਹਨੂੰ ਲੈ ਕੇ ਇੱਕ ਧਰਤੀ ਆ ਜੀ ਉਹ ਛਿੜੀ ਹੈ। ਲੋਕ ਇਹ ਗੱਲ ਜਿਹੜੀ ਕਹਿ ਰਹੇ ਆ ਕਿ ਪਟਾਕਿਆਂ ਦੇ ਉੱਤੇ ਮੁਕੰਮਲ ਪਾਬੰਦੀ ਚਾਹੀਦੀ ਹੈ। ਜੇ ਮੁਕੰਮਲ ਪਾਬੰਦੀ ਬਾਕੀ ਥਾਵਾਂ ਦੇ ਉੱਤੇ ਨਹੀਂ ਤੇ ਕਮ ਸੇ ਕਮ ਧਾਰਮਿਕ ਸੰਸਥਾਵਾਂ ਇਸ ਮਸਲੇ ਦੇ ਉੱਤੇ ਬੋਲਣ ਔਰ ਨਗਰ ਕੀਰਤਨ ਦੇ ਉੱਤੇ ਇਸ ਤਰ੍ਹਾਂ ਦੇ ਪਟਾਕਿਆਂ ਦੇ ਉੱਤੇ ਤੁਰੰਤ ਪਾਬੰਦੀ ਦੇ ਹੁਕਮ ਜਿਹੜੇ ਦੀ ਉਹ ਲਾਉਣ। ਪਰ ਇਸ ਤਰ੍ਹਾਂ ਹੋ ਨਹੀਂ ਜਿਹੜਾ ਦੀ ਹੋ ਰਿਹਾ। ਹੁਣ ਇਹਦੇ ਵਿੱਚ ਜਿਹੜੇ ਮਤਵਾਜੀ ਜਥੇਦਾਰ ਹੈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇਹ ਗੱਲ ਆਖੀ ਜਿਹੜਾ ਦੀ ਉਹ ਗਈ ਹੈ ਕਿ ਨਗਰ ਕੀਰਤਨ ਦੇ ਵੇਲੇ ਆਤਿਸ਼ਬਾਜ਼ੀ ਦੀ ਵਰਤੋਂ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾਣੀ ਚਾਹੀਦੀ ਹੈ। ਇਹ ਚੰਗਾ ਬਿਆਨ ਹੈ ਔਰ ਇਹਦੀ ਇਸ ਬਿਆਨ ਦੀ ਤਾਇਦ ਕੀਤੀ ਜਾਣੀ ਚਾਹੀਦੀ ਹੈ। ਔਰ ਸਮੁੱਚੇ ਭਾਈਚਾਰੇ ਨੂੰ, ਚਾਹੇ ਦੁਨੀਆ ਜਿੱਥੇ ਮਰਜ਼ੀ ਬੈਠਾ ਜੀ, ਉਹਨੂੰ ਇਸ ਚੀਜ਼ ਦੇ ਵਿਰੋਧ ਦੇ ਵਿੱਚ ਉੱਠ ਕੇ ਜਿਹੜਾ ਜੀ ਉਹ ਖੜਨਾ ਚਾਹੀਦਾ, ਕਿਉਂਕਿ ਇਹ ਇੱਕ ਮਾੜੀ ਚੀਜ਼ ਜਿਹੜੀ ਜੀ ਉਹ ਆਣ ਜੁੜੀ ਆ ਜਿਹਨੇ ਕਿ ਨੁਕਸਾਨ ਹੀ ਕਰਨਾ। ਅਜੇ ਤਾਂ ਇਹਨਾਂ 3 ਬੱਚਿਆਂ ਦਾ ਨੁਕਸਾਨ ਹੋਇਆ, ਹੋ ਸਕਦਾ ਕੱਲ ਨੂੰ ਇਸ ਤੋਂ ਵੱਧ ਜਿਹੜਾ ਜੀ ਉਹ ਨੁਕਸਾਨ ਹੋ ਜੇ। ਔਰ ਸਗੋਂ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਘੇਰੇ 'ਚ ਲੈਣਾ ਚਾਹੀਦਾ ਕਿ ਇਹ ਪੋਟਾਸ਼ ਜਿਹੜੀ ਸੀ ਉਹ ਕਿਹਨੇ ਲਿਆ ਕੇ ਦਿੱਤੀ, ਕਿਹਨੇ ਇਹਨਾਂ ਬੱਚਿਆਂ ਨੂੰ ਜਿਹੜਾ ਸੀਗਾ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਸੌਂਪੀ, ਉਹਨੂੰ ਚਲਾ ਸਕਣ। ਹੋਇਆ ਜਿਹੜਾ ਜੀ ਇਸ ਤਰ੍ਹਾਂ ਹੈ ਧਮਾਕਾ ਕਿਉਂਕਿ ਉਹਦੇ ਨੇੜੇ ਇਹ ਚਲਾ ਰਹੇ ਸੀ ਤੇ ਉਹਦਾ ਇੱਕ ਚੰਗਿਆੜੀ ਜਿਹੜੀ ਸੀ ਆ ਕੇ ਡਿੱਗ ਪਈ ਟਰਾਲੀ ਦੇ ਵਿੱਚ, ਔਰ ਉਹਦੇ ਨਾਲ ਇਹ ਜਿਹੜੀ ਸੀ ਸਾਰੇ ਦੀ ਸਾਰੀ ਫਟ ਗਈ। ਉਹਦੇ ਨਾਲ ਜਿਹੜੇ ਇਹ 2 ਬੱਚੇ ਜਿਹੜੇ ਤਾਂ ਅੰਗ ਤੱਕ ਜਿਹੜੇ ਜੀ ਉਹ ਖਿਲਰ ਗਏ ਸਨ। ਏਡਾ ਵੱਡਾ ਜਿਹੜਾ ਜੀ ਇਹ ਧਮਾਕਾ ਸੀ। ਇਸ ਧਮਾਕੇ ਤੋਂ ਸਬਕ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਹੈ, ਨਹੀਂ ਤਾਂ ਅਗਲੀ ਕਿਸੇ ਇਸ ਤਰ੍ਹਾਂ ਦੀ ਘਟਨਾ ਦੀ ਉਡੀਕ ਦੇ ਵਿੱਚ ਲੋਕ ਫੇਰ ਜਿਹੜਾ ਜੀ ਉਹ ਲੱਗ ਜਾਣਗੇ। ਜੀ, ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ
ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।